ਸਾਡੇ ਨਾਲ ਮੌਜੂਦ ਹੈ ਕੁਝ ਕਿਸਾਨ ਵੀਰ ਜਿਹੜੇ ਦੱਸਣਗੇ ਕਿ ਖੇਤੀ ਆਰਡੀਨੈਂਸ ਕਿੰਨਾ ਸਹੀ ਹੈ। ਜਿਹੜਾ ਇਹ ਖੇਤੀ ਆਰਡੀਨੈਂਸ ਹੈਗਾ ਇਹ ਕਿਸਾਨਾਂ ਦੇ ਹੱਕਾਂ ਦਾ ਬਿਲਕੁਲ ਘਾਣ ਕੀਤਾ ਜਾਏ। ਜੇ ਇਸ ਆਰਡੀਨੈਂਸ ਦੇ ਅਕੋਰਡਿੰਗ ਆਪਾਂ ਕਿਸਾਨੀ ਨੂੰ ਦੇਖਦੇ ਹਾਂ ਤਾਂ ਇਹ ਕਿਸਾਨੀ ਨੂੰ ਦਿਨ ਬ ਦਿਨ ਇੱਕ ਖੂਹ ਵਿੱਚ ਧੱਕਾ ਦੇ ਰਿਹਾ ਹੈ। ਇੱਕ ਛੋਟਾ ਕਿਸਾਨ ਜਿਹੜਾ ਇੱਕ ਆਮ 4 ਜਾਂ 5 ਕਿੱਲੇ ਦਾ ਖੇਤੀ ਕਰਦਾ ਹੈ, ਉਸ ਕਿਸਾਨ ਲਈ ਤਾਂ ਇੰਨੀ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਦੇ ਸਿਵਾਏ ਆਤਮ ਹੱਤਿਆ ਦੇ ਹੋਰ ਕੋਈ ਚਾਰਾ ਨਹੀਂ ਹੋਣਾ। ਮਤਲਬ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਬਾਰੇ ਨਹੀਂ ਸੋਚ ਰਹੀ। ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਬਾਰੇ ਸੋਚੇ ਤੇ ਉਹ ਇਸ ਆਰਡੀਨੈਂਸ ਨੂੰ ਪਾਸ ਹੀ ਨਾ ਕਰਦੀ। ਕਿਸਾਨਾਂ ਦੇ ਇਹਦਾ ਬਹੁਤ ਮਾੜਾ ਪ੍ਰਭਾਵ ਹੋਵੇਗਾ ਜੀ। ਇਸ ਆਰਡੀਨੈਂਸ ਨੂੰ ਪਾਸ ਕਰਕੇ ਇਹ ਸਾਫ਼-ਸਾਫ਼ ਸ਼ੋਅ ਹੋ ਜਾਂਦਾ ਕਿ ਇਸ ਨੂੰ ਸਰਕਾਰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੋਂ ਭੱਜ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਆਰਡੀਨੈਂਸ ਦਾ ਸਾਥ ਦਿੱਤਾ। ਉੱਥੇ ਹੀ ਹੁਣ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 11 ਮੈਂਬਰੀ ਕਮੇਟੀ ਬਣਾ ਕੇ ਜਿਹੜੇ ਰਾਜਪਾਲ ਨੇ ਉਹਨਾਂ ਕੋਲ ਜਾ ਕੇ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਇਹ ਚੀਜ਼ ਕਹੀ ਹੈ ਕਿ ਇਹ ਆਰਡੀਨੈਂਸ ਨਹੀਂ ਲਾਣਾ ਚਾਹੀਦਾ। ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਸਾਨੂੰ ਸਾਰੀਆਂ ਪਾਰਟੀਆਂ ਉੱਤੋਂ ਯਕੀਨ ਉੱਠ ਚੁੱਕਾ ਹੈ। ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਸਕ੍ਰਿਪਟ ਉਦੋਂ ਲਿਖੀ ਗਈ ਸੀ ਜਦੋਂ ਗ੍ਰੀਨ ਰੈਵੋਲੂਸ਼ਨ ਜਿਹਨੂੰ ਕਹਿੰਦੇ ਹਰਤ ਕ੍ਰਾਂਤੀ ਦੀ ਸ਼ੁਰੂਆਤ ਹੋਈ। ਸਟੇਟ ਦੀਆਂ ਜਿੰਨੀਆਂ ਵੀ ਸਰਕਾਰਾਂ ਇਹ ਸਭ ਇੱਕੋ ਚੱਠੇ ਵੱਟੇ ਨੇ, ਕੋਈ ਕਿਸੇ ਕੋਲ ਲੱਗ ਨਹੀਂ ਹੈ। ਇਹਦੇ ਤੇ ਕਿਸੇ ਮਤਲਬ ਸਾਨੂੰ ਕੋਈ ਆਸ ਨਹੀਂ ਹੈ ਤੇ ਨਾ ਹੀ ਸਾਡੇ ਕਿਸਾਨਾਂ ਦੇ ਬਾਰੇ ਕੋਈ ਸੋਚਦੇ। ਸਾਨੂੰ ਕੋਰਟ ਦੇ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਹੈ। ਕਸਾਬ ਇੱਕ ਅੱਤਵਾਦੀ ਹੀ ਪਾਕਿਸਤਾਨੀ, ਉਹਨੂੰ ਇਹਨਾਂ ਨੇ ਵਕੀਲ ਕਰਕੇ ਵੀ ਦਿੱਤਾ ਆਪਣੇ ਮਤਲਬ ਵੀ ਕਿਤੇ ਇਹ ਗੁੰਜਾਇਸ਼ ਨਾ ਰਹਿ ਜਾਏ ਵੀ ਅਸੀਂ ਤੇਰੀ ਵੀ ਸੁਣਵਾਈ ਨਹੀਂ ਕੀਤੀ, ਲੇਕਿਨ ਸਾਨੂੰ ਕੋਰਟ ਦੇ ਵਿੱਚ ਜਾਣ ਦਾ ਵੀ ਅਧਿਕਾਰ ਨਹੀਂ। ਇਹ ਕੋਈ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ? ਨਮਸਕਾਰ, ਮੈਂ ਹਾਂ ਚਾਨਪ੍ਰੀਤ ਕੌਰ ਤੇ ਤੁਸੀਂ ਵੇਖ ਰਹੇ ਹੋ KRT ਨਿਊਜ਼। 5 ਜੂਨ ਨੂੰ ਸਰਕਾਰ ਵੱਲੋਂ ਜੋ ਖੇਤੀ ਆਰਡੀਨੈਂਸ ਪਾਸ ਕੀਤਾ ਸੀ ਉਸ ਦੇ ਕਾਰਨ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਜਿਹੜੇ ਨੇ ਉਹ ਸੜਕਾਂ ਤੇ ਆ ਗਏ ਸੀ। ਕਾਫੀ ਦੇਰ ਰੋਸ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਰਕਾਰ ਨੇ ਇਸ ਬਾਰੇ ਨੋਟੀਫਿਕੇਸ਼ਨ ਕੱਢ ਦਿੱਤੀ ਹੈ। ਇਸ ਬਾਰੇ ਕਿਸਾਨਾਂ ਦਾ ਕੀ ਨਜ਼ਰੀਆ ਹੈ ਅਤੇ ਕੀ ਉਹਨਾਂ ਦੀ ਪ੍ਰਕਿਰਿਆ ਅਸੀਂ ਅੱਜ ਜਾਣਾਂਗੇ। ਸਾਡੇ ਨਾਲ ਮੌਜੂਦਨ ਕੁਝ ਕਿਸਾਨ ਵੀਰ ਜਿਹੜੇ ਆਪਣਾ ਜਿਹੜਾ ਦੱਸਣਗੇ ਕਿ ਖੇਤੀ ਆਰਡੀਨੈਂਸ ਕਿੰਨਾ ਸਹੀ ਹੈ। ਸਰ, ਮੈਂ ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੀ ਕਿ ਖੇਤੀ ਆਰਡੀਨੈਂਸ ਜਿਹੜਾ ਪਾਸ ਕੀਤਾ ਹੈ ਸਰਕਾਰ ਨੇ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਮੈਡਮ, ਜਿਹੜਾ ਇਹ ਖੇਤੀ ਆਰਡੀਨੈਂਸ ਹੈਗਾ ਇਹ ਕਿਸਾਨਾਂ ਦੇ ਹੱਕਾਂ ਦਾ ਬਿਲਕੁਲ ਘਾਣ ਕੀਤਾ ਜੀ। ਇਹਦੇ ਵਿੱਚ ਕਿਸਾਨਾਂ ਦੇ ਹੱਕਾਂ ਨੂੰ ਬਿਲਕੁਲ ਦਰਕਿਦਰ ਕਰਕੇ ਕਿਸਾਨਾਂ ਨੇ ਵੱਡੇ ਕਾਰਪੋਰੇਟਰਾਂ ਨੂੰ ਜਾਂ ਵੱਡੀਆਂ ਕਿਸੇ ਸੰਸਥਾਵਾਂ ਨੂੰ ਫਾਇਦਾ ਦਿੱਤਾ ਜੇ ਇਸ ਆਰਡੀਨੈਂਸ ਦੇ ਅਕੋਰਡਿੰਗ ਆਪਾਂ ਕਿਸਾਨੀ ਨੂੰ ਦੇਖਦੇ ਹਾਂ ਤਾਂ ਇਹ ਕਿਸਾਨੀ ਨੂੰ ਦਿਨ ਬ ਦਿਨ ਇੱਕ ਖੂਹ ਵਿੱਚ ਧੱਕਾ ਦੇ ਰਿਹਾ ਹੈ ਕਿ ਜਿਹਦੇ ਉੱਤੇ ਬਾਅਦ ਵਿੱਚ ਮਿੱਟੀ ਪਾਉਣਗੇ ਕਿ ਕਿਸਾਨੀ ਨੂੰ ਬਿਲਕੁਲ ਖਤਮ ਕਰ ਦੇਣਗੇ। ਇੱਕ ਛੋਟਾ ਕਿਸਾਨ ਜਿਹੜਾ ਇੱਕ ਆਮ 4 ਜਾਂ 5 ਕਿੱਲੇ ਦਾ ਖੇਤੀ ਕਰਦਾ ਹੈ, ਉਸ ਕਿਸਾਨ ਲਈ ਤਾਂ ਇੰਨੀ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਦੇ ਸਿਵਾਏ ਆਤਮ ਹੱਤਿਆ ਦੇ ਹੋਰ ਕੋਈ ਚਾਰਾ ਨਹੀਂ ਹੋਣਾ। ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਸਰਕਾਰ ਵੱਲੋਂ ਮੈਕਸਿਮਮ ਸੈਲਿੰਗ ਪ੍ਰਾਈਸ ਜਿਹੜਾ ਉਹ ਖਤਮ ਕੀਤਾ ਜਾ ਰਿਹਾ, ਬਟ ਉੱਥੇ ਹੀ ਜਿਹੜੇ ਕੇਂਦਰ ਸਰਕਾਰ ਦੇ ਕੁਝ ਨੁਮਾਇੰਦੇ ਨੇ ਉਹ ਕਹਿ ਰਹੇ ਨੇ ਕਿ ਐਸਾ ਕੁਝ ਨਹੀਂ ਹੈ। ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮੈਡਮ, ਇਹ ਪ੍ਰਾਈਸ ਤਾਂ ਖਤਮ ਕੀਤਾ ਜਾ ਰਿਹਾ ਹੈ। ਤੁਸੀਂ ਜਦੋਂ ਅਸੀਂ ਪ੍ਰਾਈਵੇਟ ਸੈਕਟਰ ਵਿੱਚ ਇਸ ਚੀਜ਼ ਨੂੰ ਲੈ ਕੇ ਜਾਂਦੇ ਹਾਂ, ਜਦੋਂ ਸਾਨੂੰ ਸਰਕਾਰੀ ਮੁੱਲ ਦੇ ਉੱਤੇ ਕਿਸਾਨ ਨੂੰ ਕੁਝ ਨਹੀਂ ਬਚ ਰਿਹਾ, ਪ੍ਰਾਈਵੇਟ ਸੈਕਟਰ ਵਿੱਚ ਅਸੀਂ ਕਿਸ ਤਰ੍ਹਾਂ ਬਚਾ ਕਰਾਂਗੇ? ਕਿਸਾਨ ਜਦੋਂ ਵੀ ਪ੍ਰਾਈਵੇਟ ਸੈਕਟਰ ਵਿੱਚ ਜਾਵੇਗਾ ਉਸ ਨੂੰ ਸਰਕਾਰੀ ਮੁੱਲ ਤੇ ਦੂਰ ਆਪਣੇ ਸਰਕਾਰੀ ਮੁੱਲ ਦਾ ਅੱਧ ਵੀ ਨਹੀਂ ਮਿਲਣਾ ਤੇ ਉਹ ਕਿਸਾਨ ਇੱਕ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਸ਼ੋਸ਼ਣ ਹੀ ਹੋਣਾ ਹੈ। ਪ੍ਰਾਈਵੇਟ ਸੈਕਟਰ ਨੇ ਸਿਰਫ ਸ਼ੋਸ਼ਣ ਕਰਨਾ ਹੈ, ਹੋਰ ਕੁਝ ਨਹੀਂ ਕਰਨਾ। ਮਤਲਬ ਲੋਕਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਬਾਰੇ ਨਹੀਂ ਸੋਚ ਰਹੀ, ਕਿਉਂਕਿ ਅੰਨਦਾਤਾ ਜਿਹੜਾ ਸਾਨੂੰ ਅੱਜ ਅੰਨ ਦੇ ਰਿਹਾ ਹੈ ਤੇ ਉਹਨਾਂ ਦੇ ਬਾਰੇ ਹਿੱਤ ਬਾਰੇ ਨਹੀਂ ਸੋਚਿਆ ਤੇ ਕੀ ਸੋਚਿਆ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਸਰਕਾਰ ਬਿਲਕੁਲ ਕਿਸਾਨਾਂ ਦੇ ਹਿੱਤਾਂ ਦੇ ਬਾਰੇ ਨਹੀਂ ਸੋਚ ਰਹੀ। ਜੇ ਸਰਕਾਰ ਕਿਸਾਨਾਂ ਦੇ ਹਿੱਤਾਂ ਦੇ ਬਾਰੇ ਸੋਚੇ ਤਾਂ ਉਹ ਇਸ ਆਰਡੀਨੈਂਸ ਨੂੰ ਪਾਸ ਹੀ ਨਾ ਕਰਦੀ। ਇਸ ਆਰਡੀਨੈਂਸ ਨੂੰ ਪਾਸ ਕਰਕੇ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਾਨੂੰ ਕਿਸਾਨਾਂ ਦੇ ਹਿੱਤਾਂ ਦੀ ਕੋਈ ਪਰਵਾਹ ਨਹੀਂ। ਕਿਸਾਨ ਜਿਸ ਤਰ੍ਹਾਂ ਮਰਜ਼ੀ ਆਪਣਾ ਸਰਵਾਈਵ ਕਰਨ, ਜਿੱਥੇ ਮਰਜ਼ੀ ਜਾਣ, ਸਾਨੂੰ ਉਸ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਇਹ ਖੇਤੀ ਆਰਡੀਨੈਂਸ ਆ ਜਾਂਦਾ ਹੈ, ਲਾਗੂ ਹੋ ਜਾਂਦਾ ਹੈ, ਤੇ ਕੀ ਅਸਰ ਪਵੇਗਾ
ਕਿਸਾਨਾਂ ਤੇ? ਕਿਸਾਨਾਂ ਦੇ ਇਹਦਾ ਬਹੁਤ ਮਾੜਾ ਪ੍ਰਭਾਵ ਪਵੇਗਾ ਜੀ। ਇਸ ਦੇ ਵਿੱਚ ਆਰਡੀਨੈਂਸ ਦੇ ਵਿੱਚ ਕਾਫੀ ਵਿਸਥਾਰ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ, ਉਸ ਦੇ ਵਿੱਚ 3 ਗੱਲਾਂ ਜਿਹੜੀਆਂ ਕਿ ਕਿਸਾਨ ਮਾਰੂ ਨੀਤੀਆਂ ਨੇ। ਸਭ ਤੋਂ ਪਹਿਲਾਂ ਇਹ ਹੈ ਜੀ, ਕਿਸਾਨ ਆਪਣੀ ਜਿਹੜੀ ਫਸਲ ਹੈ ਉਹ ਕਿਤੇ ਵੀ ਲਿਜਾ ਸਕਦਾ ਹੈ। ਜਿਹੜਾ ਅੱਜ ਆਮ ਵਰਗ ਦਾ ਕਿਸਾਨ ਹੈ 2 ਤੋਂ 5 ਏਕੜ ਦੀ ਖੇਤੀ ਕਰ ਰਿਹਾ, ਉਹ ਆਪਣੀ ਫਸਲ ਆਪਣੇ ਜਿਹੜੇ ਨੇੜੇ 15 ਤੋਂ 20 ਕਿਲੋਮੀਟਰ ਮੰਡੀ ਪੈਂਦੀ ਹੈ ਉਹਦੇ 'ਚ ਲਿਜਾਣਾ ਉਸ ਲਈ ਮੁਸ਼ਕਿਲ ਹੈ, ਅਤੇ ਕੀ ਉਹ ਦੂਸਰੀ ਸਟੇਟ ਵਿੱਚ ਲਿਜਾ ਸਕਦਾ? ਉਸ ਦੀ ਟਰਾਂਸਪੋਰਟੇਸ਼ਨ ਦਾ ਕਿੰਨਾ ਚਾਰਜ ਹੋ ਸਕਦਾ? ਔਰ ਦੂਸਰੀ ਗੱਲ ਇਵੇਂ ਆਈ, ਜਿਹੜੀ ਕਹਿ ਰਿਹਾ ਕਿ ਆਪਣੀ ਜਿਹੜੀ ਖਰੀਦ ਹੈ ਉਹ ਤੁਹਾਡੀ ਸਰਕਾਰੀ ਮੁੱਲ ਦੇ ਉੱਤੇ MSP ਦਾ ਕਿਤੇ ਵੀ ਆਰਡੀਨੈਂਸ ਦੇ ਵਿੱਚ ਜ਼ਿਕਰ ਨਹੀਂ ਹੈ। ਜਿਸ ਤਰ੍ਹਾਂ ਹੁਣ ਅਸੀਂ ਗੱਲ ਕਰੀਏ ਕਿ ਜਿਹੜੀਆਂ ਆਪਣੀ ਕਿਸਾਨੀ ਦੀਆਂ ਸਿਰਫ 3 ਵਸਤਾਂ ਜਿਹੜੀਆਂ MSP ਦੇ ਆਧਾਰ ਦੇ ਉੱਤੇ ਖਰੀਦੀਆਂ ਜਾਂਦੀਆਂ, ਕਣਕ, ਝੋਨਾ ਅਤੇ ਗੰਨਾ ਜਿਹੜਾ ਪ੍ਰਾਈਵੇਟ ਫੈਕਟਰੀ ਵਾਲੇ ਖਰੀਦਦੇ ਆ। ਆਲ ਓਵਰ ਆਪਾਂ ਪੂਰੇ ਇੰਡੀਆ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆਪਾਂ ਅਗਰ ਅੰਕੜਿਆਂ ਦੀ ਗੱਲ ਕਰੀਏ ਤਾਂ ਉਹਦੇ ਅੰਕੜੇ ਇੰਨੇ ਕੁ ਜ਼ਿਆਦਾ ਕਿ ਜਿਹੜੇ ਮਿੱਲਾਂ ਦਾ ਬਕਾਇਆ ਉਹ ਕਿਸਾਨ 1 ਸਾਲ ਖੇਤ 'ਚੋਂ ਗੰਨਾ ਤਿਆਰ ਕਰਕੇ ਉਹ ਦੂਸਰੇ ਸਾਲ ਉਹਦਾ ਭੁਗਤਾਨ ਵਾਸਤੇ ਰੋਡ ਦੇ ਉੱਤੇ ਧਰਨੇ ਲਗਾਉਂਦਾ ਹੈ। ਅਤੇ ਇਹ ਹੈ ਕਿ ਜਦੋਂ MSP ਜਦੋਂ ਪ੍ਰਾਈਵੇਟ ਸੈਕਟਰ ਉਸ ਦਾ ਖਰੀਦਦਾਰੀ ਕਰਦਾ ਤਾਂ ਉਸ ਦਾ ਖਮਿਆਜਾ ਜ਼ਿਮੀਂਦਾਰਾਂ ਨੂੰ ਰੋਡ 'ਤੇ ਧਰਨੇ ਲਾ ਕੇ ਦੇਣਾ ਪੈਂਦਾ। ਜੇ ਇੱਕ ਗ੍ਰੀਨ ਆਪਣਾ ਜਦੋਂ ਕਾਲ ਪੈ ਗਿਆ ਸੀਗਾ ਅਨਾਜ ਦਾ, ਅਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦੇ ਕੇ ਅਤੇ ਕਿਸਾਨ ਨੂੰ ਇੱਕ ਕਹਿ ਦਿੱਤਾ ਸੀਗਾ ਕਿ ਤੁਸੀਂ ਅਨਾਜ ਪੈਦਾ ਕਰੋ, ਤੁਹਾਨੂੰ ਇੱਕ ਅੰਨਦਾਤਾ ਦੇ ਨਾਂ ਦੇ ਉੱਤੇ ਸਾਨੂੰ ਇੱਕ ਮਿਲਿਆ ਸੀਗਾ ਰੋਲ ਮਾਡਲ ਕਿ ਤੁਸੀਂ ਅੰਨਦਾਤਾ ਹੋ। ਅਸੀਂ ਸਾਰੇ ਮੁਲਕ ਦਾ ਢਿੱਡ ਭਰਿਆ ਜੀ। ਇਹਦੇ ਵਿੱਚ ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤਾਂ ਕੀਤੀਆਂ, ਗ੍ਰੀਨ ਟ੍ਰਿਬਿਊਨਲ ਦੇ ਅਨੁਸਾਰ ਬਹੁਤ ਪੈਦਾਵਾਰ ਹੋਈ। ਅੱਜ ਪੈਦਾਵਾਰ ਇੱਥੋਂ ਤੱਕ ਪਹੁੰਚ ਗਈ ਹੈ ਕਿ ਸਰਕਾਰ ਉਹ ਪੈਦਾਵਾਰ ਨੂੰ ਸਾਂਭ ਨਹੀਂ ਸਕਦੀ। ਅਗਰ ਪੈਦਾਵਾਰ ਨੂੰ ਸਾਂਭ ਨਹੀਂ ਸਕਦੀ, ਉਸ ਨੂੰ ਤੁਸੀਂ ਮੋੜਨਾ ਹੈ, ਕਿਸੇ ਤਰੀਕੇ ਨਾਲ ਮੋੜੋ। ਇਸ ਆਰਡੀਨੈਂਸ ਨੂੰ ਪਾਸ ਕਰਕੇ ਇਹ ਸਾਫ਼ ਸ਼ੋਅ ਹੋ ਜਾਂਦਾ ਕਿ ਇਸ ਨੂੰ ਸਰਕਾਰ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਦੇ ਤੋਂ ਭੱਜ ਰਹੀ ਹੈ, ਕਿਸਾਨਾਂ ਨੂੰ ਉਹਨਾਂ ਦਾ ਵਾਜਬ ਮੁੱਲ ਨਹੀਂ ਦੇ ਪਾ ਰਹੀ। ਮੋਦੀ ਸਰਕਾਰ ਜਦੋਂ ਵੀ 2014 ਵਿੱਚ ਆਈ ਸੀਗੀ, ਇਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਨੂੰ ਲਾਗੂ ਕਰਾਂਗੇ। ਜਦੋਂ ਕਿ ਇਹ ਜਿਹੜਾ ਇਸ ਵੇਲੇ ਜੋ ਵੀ ਮੰਡੀ ਬੋਰਡ ਹੈ ਇਸ ਵੇਲੇ ਸਟੈਬਲਿਸ਼ ਹੋਇਆ ਪੰਜਾਬ ਔਰ ਹਰਿਆਣਾ ਦਾ ਹੀ ਗੱਲ ਕਰਾਂਗਾ ਮੈਂ, ਔਰ ਮੰਡੀ ਬੋਰਡ ਦੇ ਉੱਤੇ ਇੱਕ ਬਹੁਤ ਆਸਤਾ ਇਹਦੇ ਵਿੱਚ ਸੁਧਾਰ ਲਿਆਂਦੇ ਗਏ ਆ ਔਰ ਕਿਸਾਨਾਂ ਦੀ ਬਿਹਤਰੀ ਵਾਸਤੇ ਜਿੰਨੇ ਵੀ ਕੰਮ ਕੀਤੇ ਗਏ ਆ। ਜਦੋਂ ਇਸ ਦੇ ਆਰਡੀਨੈਂਸ ਦੇ ਦੁਆਰਾ ਪ੍ਰਾਈਵੇਟ ਖਰੀਦ ਹੋਊਗੀ ਅਤੇ ਉਹ ਜਿਵੇਂ ਅੱਜ ਪਿਛਲੇ ਸਮਿਆਂ ਦੇ ਵਿੱਚ ਬਾਸਮਤੀ ਦੀ ਖਰੀਦ ਲਾ ਲਓ, ਚਾਹੇ ਗੰਨੇ ਦੀ ਖਰੀਦ ਲਾ ਲਓ, ਚਾਹੇ ਤੇਲ ਦੀਆਂ ਫਸਲਾਂ ਦੀ ਗੱਲ ਕਰ ਲਓ, ਜਾਂ ਫਿਰ ਉਹਦੇ ਵਿੱਚ ਤੁਸੀਂ ਦਾਲਾਂ ਦੀ ਗੱਲ ਕਰ ਲਓ। ਜਦੋਂ ਕਿਸਾਨਾਂ ਕੋਲ ਕੋਈ ਵੀ ਚੀਜ਼ ਪੈਦਾ ਹੁੰਦੀ ਹੈ ਤਾਂ ਉਹਦਾ ਰੇਟ ਘੱਟ ਹੁੰਦਾ। ਜਦੋਂ ਉਹ ਪ੍ਰਾਈਵੇਟ ਸੈਕਟਰ ਦੇ ਵਿੱਚ ਸਟਾਕਿਸਟ ਦੇ ਕੋਲ ਪਹੁੰਚ ਜਾਂਦੀ ਹੈ ਤਾਂ ਉਹਦਾ ਰੇਟ ਆ ਉਹ ਵੱਧ ਜਾਂਦਾ। ਹੁਣ ਇਸ ਵੇਲੇ ਇਸ ਆਰਡੀਨੈਂਸ ਦੇ ਵਿੱਚ ਤੀਸਰੀ ਗੱਲ ਇਹ ਮਹੱਤਵਪੂਰਨ ਪਾ ਦਿੱਤੀ ਗਈ ਉਹਨਾਂ ਨੇ ਕਿ ਸਟਾਕਿਸਟ ਦੀ ਕੋਈ ਲਿਮਿਟ ਨਹੀਂ ਰਹਿ ਗਈ। ਇਹ ਆਮ ਜਨਤਾ ਨੂੰ ਸਾਰਿਆਂ ਦੇ ਵਿੱਚ ਆ ਰਿਹਾ ਕਿ ਕਿਸਾਨ ਇਸ ਵੇਲੇ ਰੋਸ਼ ਕਰ ਰਹੇ ਆ, ਕਿਸਾਨ ਇੱਥੋਂ ਤੱਕ ਹੀ ਸੜਕਾਂ ਦੇ ਉੱਤਰੇ, ਕੀ ਲੋੜ ਸੀਗੀ? ਜਿਹੜੇ ਅਲੱਗ-ਅਲੱਗ ਕਈਆਂ ਦੀ ਸੋਚ ਆ ਕਿ ਇਹ ਆਰਡੀਨੈਂਸ ਕਿਸਾਨਾਂ ਲਈ ਬਹੁਤ ਵਧੀਆ। ਇਹ ਪ੍ਰਭਾਵ ਆਉਣ ਵਾਲੇ ਸਮੇਂ 'ਚ ਉਹਨਾਂ 'ਤੇ ਵੀ ਪਵੇਗਾ। ਉਹ ਕਾਰਨ ਕਿਵੇਂ ਹੋਵੇਗਾ ਕਿ ਜਦੋਂ ਕਿਸੇ ਵੀ ਚੀਜ਼ ਦੀ ਲਿਮਿਟ ਨਹੀਂ ਰਹੀ ਸਟਾਕ ਕਰਨ ਦੀ, ਅਤੇ ਜਦੋਂ ਕਿਸਾਨਾਂ ਨੇ ਤੇ ਆਪਣੇ ਮਜਬੂਰਨ ਚਾਹੇ 10 ਰੁਪਏ ਦੀ ਚੀਜ਼ ਉਹਨਾਂ ਨੂੰ 3 ਰੁਪਏ ਜਾਂ 4 ਰੁਪਏ ਵਿੱਚ ਵੇਚ ਦਿੱਤੀ, ਅਤੇ ਜਦੋਂ ਉਹਨਾਂ ਦਾ ਜਿਹੜਾ ਸਟਾਕ ਹੈ ਵੱਡੀ ਤਾਦਾਦ ਦੇ ਵਿੱਚ ਹੋਣ ਦੇ ਕਾਰਨ ਜਦੋਂ ਉਹਨਾਂ ਦਾ ਮਾਰਕੀਟ ਦੇ ਵਿੱਚ ਉਹਨਾਂ ਦੇ ਮੁਕਾਬਲੇ ਕੋਈ ਨਹੀਂ ਖੜਾ, ਕੋਈ ਕਿਸਾਨ ਨਹੀਂ ਖੜਾ, ਕੋਈ ਛੋਟੇ ਸੈਕਟਰ ਦਾ ਵਪਾਰੀ ਨਹੀਂ ਖੜਾ, ਉਹ ਆਪਣੇ ਮਨਮਾਨੀ ਦੇ ਰੇਟ ਦੇ ਮੁਤਾਬਿਕ ਉਹ ਆਮ ਜਨਤਾ ਦੇ ਵਿੱਚ ਆਪਣੀ ਚੀਜ਼ਾਂ ਵੇਚਣਗੇ, ਤਾਂ ਉਹ ਜਨਤਾ 'ਚ ਵੀ ਅਸਰ ਲੱਗੇਗਾ। ਇੱਕ ਪਾਸੇ ਕਈ ਲੋਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਸ ਆਰਡੀਨੈਂਸ ਦਾ ਸਾਥ ਦਿੱਤਾ, ਉੱਥੇ ਹੀ ਹੁਣ ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ 11 ਮੈਂਬਰੀ ਕਮੇਟੀ ਬਣਾ ਕੇ ਜਿਹੜੇ ਰਾਜਪਾਲ ਨੇ ਉਹਨਾਂ ਕੋਲ ਜਾ ਕੇ ਉਹਨਾਂ ਦੇ ਸਾਹਮਣੇ ਪੇਸ਼ ਹੋ ਕੇ ਇਹ ਚੀਜ਼ ਕਹੀ ਹੈ ਕਿ ਇਹ ਆਰਡੀਨੈਂਸ ਨਹੀਂ ਲਾਉਣਾ ਚਾਹੀਦਾ, ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਜੀ, ਇਹ ਆਰਡੀਨੈਂਸ ਇਹ ਅੱਡੋ-ਅੱਡ ਪਾਰਟੀਆਂ ਨੇ ਅਤੇ ਸਾਨੂੰ ਸਾਰੀਆਂ ਪਾਰਟੀਆਂ ਉੱਤੋਂ ਯਕੀਨ ਉੱਠ ਚੁੱਕਾ। ਅਸੀਂ ਉਦੋਂ ਉਹ ਪਾਰਟੀ ਨੂੰ ਆਪਣੇ ਹਮਦਰਦੀ ਕਰਾਂਗੇ ਕਿ ਜੇ ਤਾਂ ਚਾਹੀਦਾ ਸੀਗਾ ਜਿਸ ਦਿਨ ਇਹ ਆਰਡੀਨੈਂਸ ਪੇਸ਼ ਕੀਤਾ ਗਿਆ ਸੀਗਾ ਕਿ ਇਹ ਲਾਕਡਾਊਨ ਦੇ ਦੌਰਾਨ ਕੋਵਿਡ-19 ਦੇ ਥਰੂ ਇੰਨੀ ਕਿਹੜੀ ਜ਼ਰੂਰਤ ਪੈ ਗਈ ਸੀਗੀ ਕਿ ਜਿਹੜਾ ਇਸ ਨੂੰ ਪੇਸ਼ ਕੀਤਾ ਗਿਆ। ਅਗਰ ਪੇਸ਼ ਕੀਤਾ ਗਿਆ ਉਦੋਂ ਵਿਰੋਧ ਕਰਨਾ ਚਾਹੀਦਾ ਸੀਗਾ, ਡਟ ਕੇ ਵਿਰੋਧ ਕਰਨਾ ਚਾਹੀਦਾ ਸੀਗਾ। ਇਹ ਹੁਣ ਪਾਸ ਜਦੋਂ ਲਾਸਟ ਟਾਈਮ ਆ ਗਿਆ ਤਾਂ ਉਦੋਂ ਸਾਰੇ ਜਾਗਣ ਡਿਆ ਕਿ ਉਦੋਂ ਜਦੋਂ ਪੇਸ਼ ਕੀਤਾ ਗਿਆ ਉਦੋਂ ਕਿਉਂ ਨਹੀਂ ਅੱਡੋ-ਅੱਡ ਵੱਖੋ-ਵੱਖ ਰਾਜਨੀਤਿਕ ਪਾਰਟੀਆਂ ਜਾਗੀਆਂ, ਉਦੋਂ ਸਾਰਿਆਂ ਨੂੰ ਆਪਣਾ ਅਸਤੀਫਾ ਦੇ ਕੇ
ਬਹਿਣਾ ਸੀਗਾ, ਕਿਸਾਨਾਂ ਦੇ ਨਾਲ ਖੜੇ ਹੋਣਾ ਚਾਹੀਦਾ ਸੀਗਾ। ਮਗਰ ਉੱਥੇ ਹੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰ ਐਟ ਦ ਸੇਮ ਟਾਈਮ ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਇਹਨਾਂ ਦੀ ਪਤਾ ਸੀਗਾ ਆਰਡੀਨੈਂਸ ਪਾਸ ਹੋਣਾ, ਬਟ ਉਹਨਾਂ ਦੀਆਂ ਸ਼ਰਤਾਂ ਕੀ ਨੇ, ਉਹਨਾਂ ਦੇ ਕਾਨੂੰਨ ਕੀ ਨੇ, ਇਹ ਪਤਾ ਨਹੀਂ ਸੀਗਾ। ਦੇਖੋ ਜੀ, ਤੁਸੀਂ ਇਹ ਰਾਜਨੀਤਿਕ ਪਾਰਟੀਆਂ ਦੀ ਅੱਡੋ ਅੱਡ ਆਪਣੀ ਵਿਉਂਤਬੰਦੀ ਹੁੰਦੀ ਹੈ। ਜੇ ਉਹਨਾਂ ਨੂੰ ਪਤਾ ਨਹੀਂ ਸੀਗਾ ਤੇ ਉਹਨਾਂ ਨੂੰ ਅੱਜ ਕਿਵੇਂ ਪਤਾ ਲੱਗ ਗਿਆ? ਜਦੋਂ ਆਰਡੀਨੈਂਸ ਪੇਸ਼ ਕੀਤਾ ਗਿਆ ਸੀਗਾ ਕਿ ਉਦੋਂ ਉਹਨਾਂ ਨੇ ਆਪਣਾ ਕੀਮਤੀ ਸਮੇਂ ਵਿੱਚ ਇੰਨਾ ਵੀ ਨਹੀਂ ਸਮਝਿਆ ਕਿ ਜਿਹੜਾ ਪੰਜਾਬ ਕਿਸਾਨੀ ਦੇ ਉੱਤੇ ਖੜਾ, ਜਿਹੜੀ ਕਿਸਾਨੀ ਦੇ ਆਉਣ ਵਾਲੀਆਂ ਮੁਸ਼ਕਲਾਂ ਦੇ ਵਿੱਚ ਆਰਡੀਨੈਂਸ ਪਾਸ ਕੀਤਾ ਜਾ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਉਹ ਮੁਸ਼ਕਲਾਂ ਕਿਸਾਨ ਦੇ ਉੱਤੇ ਆਉਣਗੀਆਂ, ਅਤੇ ਕੀ ਉਹਨਾਂ ਵਿੱਚ ਕੁਝ ਸਮਾਂ ਦੇਣ ਵਾਸਤੇ ਉਹਨਾਂ ਨੇ ਉਹਨੂੰ ਠੀਕ ਨਹੀਂ ਸਮਝਿਆ ਜੀ। ਬਿਲਕੁਲ ਸਹੀ। ਸੋ ਉੱਥੇ ਹੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਜਿਹੜਾ 144 ਲਾਈ ਗਈ ਸੀ, ਕਿਉਂਕਿ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉਹ ਹਟਾਉਣ ਦੀ ਗੱਲ ਕੀਤੀ ਹੈ। ਇੱਕ ਪਾਸੇ ਉਹਨਾਂ ਨੇ ਆਰਡੀਨੈਂਸ ਨੂੰ ਹਾਂ ਕੀਤੀ ਔਰ ਦੂਜੇ ਪਾਸੇ ਇਹ ਚੀਜ਼ ਲੋਕਾਂ ਦਾ ਹੀ ਮੰਨਣਾ। ਲੇਕਿਨ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ ਮੈਡਮ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਮੈਂ ਗੱਲ ਕਰਨਾ ਕਿਸਾਨਾਂ ਦੀ ਸਥਿਤੀ ਦੇ ਬਾਰੇ। ਕਿਸਾਨਾਂ ਨੂੰ ਗੁਲਾਮ ਬਣਾਉਣ ਦੀ ਸਕ੍ਰਿਪਟ ਉਦੋਂ ਲਿਖੀ ਗਈ ਸੀ ਜਦੋਂ ਗ੍ਰੀਨ ਰੈਵੋਲੂਸ਼ਨ, ਜਿਹਨੂੰ ਕਹਿੰਦੇ ਹਰਤ ਕ੍ਰਾਂਤੀ ਦੀ ਸ਼ੁਰੂਆਤ ਹੋਈ ਸੀ। ਕਿਸਾਨਾਂ ਦੀ ਅਣਥੱਕ ਮਿਹਨਤ ਦੇ ਸਦਕੇ ਦੇਸ਼ ਜਿਹੜਾ ਆਤਮ ਨਿਰਭਰ ਹੋ ਗਿਆ ਅਨਾਜ ਦੇ ਪੱਖੋਂ। ਕਿਸਾਨਾਂ ਨੇ ਕੋਈ ਕਸਰ ਨਹੀਂ ਛੱਡੀ, ਲੇਕਿਨ ਕਿਸਾਨ ਜਿਹੜਾ ਆ ਉਹ ਕਿਤੇ ਨਾ ਕਿਤੇ ਕਰਜ਼ੇ ਦੀ ਮਾਰ ਥੱਲੇ ਆ ਗਿਆ। ਇਹ ਪ੍ਰੀ ਪਲੈਨਡ ਸਰਕਾਰਾਂ ਨੇ ਇਹ ਵਿਉਂਤਬੰਦੀ ਬਣਾਈ ਦੀ ਸੀ ਕਿ ਕਿਸਾਨ ਨੂੰ ਆਪਾਂ ਗੁਲਾਮ ਇਸ ਤਰ੍ਹਾਂ ਬਣਾਉਣਾ ਕਿ ਇਹ ਕਿਸਾਨੀ ਨਾ ਛੱਡ ਸਕੇ। ਉਹਨਾਂ ਨੂੰ ਉਹਨਾਂ ਦੀ ਫਸਲਾਂ ਦਾ ਬਾਜੀ ਮੁੱਲ ਨਾ ਦੇ ਕੇ, ਉਹਨਾਂ ਨੂੰ ਜੋ ਮਨਮਾਨੇ ਰੇਟ ਸਰਕਾਰ ਜੋ ਚਾਹੇਗੀ ਉਹ ਆਪਣੇ ਮਤਲਬ ਧਿਆਨ ਰੱਖਦੇ ਹੋਏ ਆਪੂ ਨਿਰਧਾਰਿਤ ਕਰੇਗੀ। ਕਿਸਾਨਾਂ ਨੂੰ ਕੋਈ ਹੱਕ ਨਹੀਂ ਆ ਆਪਣੀ ਫਸਲ ਦਾ ਮੁੱਲ ਨਿਰਧਾਰਿਤ ਕਰਨ ਦਾ। ਇਹ ਉਦੋਂ ਦੀ ਸਕ੍ਰਿਪਟ ਲਿਖੀ ਗਈ ਹੈ ਔਰ ਉਹਦੇ ਉੱਤੇ ਹੁਣ ਜਿਹੜਾ 3 ਆਰਡੀਨੈਂਸ ਲਿਆਂਦੇ ਨੇ, ਇਹ ਕਹਿੰਦੇ ਨੇ ਵੀ ਜ਼ਾਲਮ ਨੀਤੀ। ਬਾਬਰ ਵੀ ਮੈਂ ਕਹਿ ਸਕਦਾ, ਜਿਹੜੇ ਵੀ ਵਿਦੇਸ਼ੀ ਲੁਟੇਰੇ ਆਏ ਸੀ, ਇਹ ਉਹਦਾ ਅਗਲਾ ਸਟੈਪ ਕੰਮ ਜਿਹੜਾ ਆ ਇਹ ਮੌਜੂਦਾ ਸਰਕਾਰ ਕਰਦੀ ਪਈ ਹੈ, ਸੈਂਟਰ ਦੀ, ਕੇਂਦਰ ਦੀ, ਮੋਦੀ ਸਰਕਾਰ। ਰਹੀ ਗੱਲ, ਤੁਸੀਂ ਗੱਲ ਕੀਤੀ ਆ ਸਟੇਟ ਦੀ ਕੈਪਟਨ ਸਰਕਾਰ ਦੀ, ਚਾਹੇ ਉਹ ਅਕਾਲੀ ਸਰਕਾਰ ਹੋਣ, ਚਾਹੇ ਉਹ ਦੇਸ਼ ਦੇ ਵਿੱਚ ਕਿਤੇ ਵੀ ਅਲੱਗ-ਅਲੱਗ ਸਟੇਟ ਦੀਆਂ ਜਿੰਨੀਆਂ ਵੀ ਸਰਕਾਰਾਂ, ਇਹ ਸਭ ਇੱਕੋ ਚੱਠੇ ਵੱਟੇ ਨੇ, ਕੋਈ ਕਿਸੇ ਕੋਲ ਲੱਗ ਨਹੀਂ ਆ। ਇਹਦੇ ਤੇ ਕਿਸੇ ਮਤਲਬ ਸਾਨੂੰ ਕੋਈ ਆਸ ਨਹੀਂ ਆ, ਅਤੇ ਨਾ ਹੀ ਇਹ ਸਾਡੇ ਕਿਸਾਨਾਂ ਦੇ ਬਾਰੇ ਕੋਈ ਸੋਚਦੇ ਨੇ। ਜੇ ਲਾਕਡਾਊਨ ਦੇ ਦੌਰਾਨ ਜੇ ਇਹਨਾਂ ਨੇ 144 ਦਫਾ ਲਾਈ ਆ, ਜਾਂ ਪਹਿਲੇ ਇਹਨਾਂ ਨੇ ਕੈਪਟਨ ਸਾਹਿਬ ਨੇ ਆਪਣੀ ਸਹਿਮਤੀ ਦੇ ਦਿੱਤੀ ਆ, ਬਾਅਦ ਦੇ ਵਿੱਚ ਕਿਸਾਨਾਂ ਨੂੰ ਇਹਨਾਂ ਨੇ ਹਿਰਾਸਤ ਵਿੱਚ ਵੀ ਲਿਆ ਆ। ਸਾਡੇ 'ਤੇ ਜਦੋਂ ਅਤਿਆਚਾਰ ਹੋਣ ਦਾ ਤਾਂ ਸਾਡਾ ਰਾਈਟ ਬਣਦਾ ਕਿ ਅਸੀਂ ਆਪਣੇ 'ਤੇ ਅਤਿਆਚਾਰ ਹੋਣ ਦੇ ਖਿਲਾਫ ਜਿਹੜੀ ਆਵਾਜ਼ ਉਠਾਈਏ। ਪ੍ਰੋਟੈਸਟ ਕਰਨਾ ਸਾਡਾ ਅਧਿਕਾਰ ਹੈ, ਚਾਹੇ ਲਾਕਡਾਊਨ ਹੋਵੇ, ਚਾਹੇ ਜੋ ਮਰਜ਼ੀ ਹੋਵੇ, ਅਸੀਂ ਕਰਨਾ। ਇਹ ਦਫਾ ਛੱਡ ਕੇ ਜੋ ਇਹਨਾਂ ਨੇ ਲਾਣੀਆਂ ਲਾ ਲੈਣ, ਆਪਾਂ ਜੇਲ੍ਹ ਭਰੋ ਅੰਦੋਲਨ ਵੀ ਚਲਾਵਾਂਗੇ। ਇਹ ਤਿੰਨੇ ਆਰਡੀਨੈਂਸ ਜਿਹੜੇ ਨੇ ਇਹ ਕਿਸਾਨਾਂ ਦੇ ਯਾਨੀ ਕਿ ਇੰਨੇ ਕੁ ਮਾਰੂ ਨੇ ਕਿ ਕਿਸਾਨ ਹੋਰ ਮਜਬੂਰ ਹੋ ਜਾਊਗਾ ਆਤਮ ਹੱਤਿਆ ਕਰਨ ਲਈ। ਇਹ ਕਿਤੇ ਨਾ ਕਿਤੇ ਕਿਸਾਨਾਂ ਕੋਲੋਂ ਦੀ ਜ਼ਮੀਨ ਖੋਣਾ ਚਾਹੁੰਦੇ ਨੇ। ਦੇਖੋ ਜੀ, ਇਹ 3 ਆਰਡੀਨੈਂਸ ਦੇ ਵਿੱਚ ਇਹਨਾਂ ਨੇ ਕਿਹਾ 1 ਨੇਸ਼ਨ 1 ਮਾਰਕੀਟ, ਠੀਕ ਹੈ ਜੀ। ਸਰਕਾਰ ਇਹਦੇ ਵਿੱਚੋਂ ਨਿਕਲਣਾ ਚਾਹੁੰਦੀ ਹੈ, ਮੰਡੀ ਬੋਰਡ ਖਤਮ ਹੋ ਜਾਏਗਾ, ਮਾਰਕੀਟ ਕਮੇਟੀ ਵਿੱਚੋਂ ਖਤਮ ਹੋ ਜਾਏਗੀ। ਜਿਹੜੀ NFSA ਨੈਸ਼ਨਲ ਫੂਡ ਸਿਕਿਉਰਿਟੀ ਐਕਟ ਆ, ਉਹਦੇ ਤਹਿਤ ਜਿਹੜਾ ਗਰੀਬ ਲੋਕਾਂ ਨੂੰ ਜਿਹੜਾ ਰਾਸ਼ਨ ਮਿਲਦਾ ਹੈ ਉਹ ਵੀ ਨਹੀਂ ਮਿਲਣਾ। ਕਿਉਂ? ਜਦੋਂ ਸਰਕਾਰ ਨੇ ਖਰੀਦ ਨਹੀਂ ਕਰਨੀ ਤਾਂ ਸਰਕਾਰ ਕਿੱਥੋਂ ਦੇਗੀ? ਪ੍ਰਾਈਵੇਟ ਸੈਕਟਰ ਵਾਲੇ ਜਿਹੜੇ ਮਾਫੀਆ ਵੱਡੇ ਬੈਠੇ ਨੇ, ਵੱਡੇ ਪੂੰਜੀਪਤੀ ਉਦਯੋਗਪਤੀ ਨੇ, ਉਹਨਾਂ ਨੇ ਕਿਸਾਨਾਂ ਕੋਲੋਂ ਯਾਨੀ ਕਿ ਇੰਨੇ ਕੁ ਮਤਲਬ ਘੱਟ ਰੇਟਾਂ ਦੇ ਖਰੀਦਣੀ ਆ ਕਿ ਕਿਸਾਨ ਹੋ ਸਕਦਾ ਹੈ ਕਿ ਕਿਸਾਨ, ਮੈਂ ਕਹਿੰਦਾ ਪੂਰੇ ਪਰਿਵਾਰ ਨਾਲ ਕਿਤੇ ਉਹਨੂੰ ਆਤਮ ਹੱਤਿਆ ਨਾ ਕਰਨੇ ਪੈ ਜੇ। ਅਤੇ ਇਹ ਵੱਡੇ ਜਿਹੜੇ ਬਿਜ਼ਨਸਮੈਨ ਆ, ਇਹ ਜਿੰਨਾ ਮਰਜ਼ੀ ਸਟਾਕ ਕਰ ਲੈਣ, ਬਾਅਦ 'ਚ ਨਾ ਬਲੈਕ ਕਰਨਾ ਹੈ। ਅਤੇ ਇਹਦਾ ਬੜਾ ਵੱਡਾ ਸਾਡੇ ਕਿਸਾਨਾਂ 'ਤੇ ਅਸਰ ਪੈਣ ਦਾ ਆ, ਉਹ ਪੈਣਾ ਆ। ਆਮ ਲੋਕਾਂ 'ਤੇ ਉਹਦਾ ਬਹੁਤ ਵੱਡਾ ਪ੍ਰਭਾਵ ਪੈਣਾ ਆ। ਅਤੇ ਮੱਤ ਸਰਕਾਰ ਇਹ ਸੋਚੇ ਕਿ ਕਿਸਾਨ ਚੁੱਪ ਹੋ ਜਾਊਗਾ, ਆਪਾਂ ਬਗਾਵਤ ਕਰਾਂਗੇ। ਬਗਾਵਤ ਮੇਰੀ ਇਹ ਚੇਤਾਵਨੀ ਹੈ ਸਰਕਾਰਾਂ ਨੂੰ। ਜੇ ਇਹ ਨਹੀਂ, ਇਹ ਸੰਘਰਸ਼ ਜਿਹੜਾ ਆ ਇਹ ਅੱਜ ਠੱਪ ਨਹੀਂ ਹੋਣ ਲੱਗਾ ਹੈ, ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਅਸੀਂ ਆਉਣ ਵਾਲੀਆਂ ਆਪਣੀਆਂ ਨਸਲਾਂ ਨੂੰ ਇਹ ਦੱਸਾਂਗੇ ਵੀ ਇਹ ਸਾਡੇ 'ਤੇ ਜ਼ਾਲਮ ਸਰਕਾਰਾਂ ਨੇ ਸਾਡੇ 'ਤੇ ਕੀ ਅਤਿਆਚਾਰ ਕੀਤੇ ਨੇ। ਇਸ ਲਈ ਇਹਦੇ ਕੰਨਾਂ ਤੱਕ ਜਿਹੜੀ ਆਵਾਜ਼ ਪੈਣੀ ਚਾਹੀਦੀ ਹੈ। ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡਾ ਜਿਹੜਾ ਲੋਕਲ ਨਿਊਜ਼ ਚੈਨਲ ਹੈ ਇਹ ਸਾਡੀ ਕਿਸਾਨਾਂ ਦੀ ਆਵਾਜ਼ ਨੂੰ ਦੱਸਦਾ। ਕੋਈ ਮੀਡੀਆ ਦਾ ਜਿਹੜਾ ਜਾਣੀ ਕਿ ਜਿਹੜੀ ਸੈਂਟਰ ਦੇ ਵਿੱਚ, ਦਿੱਲੀ ਦੇ ਵਿੱਚ ਬੈਠਾ ਜਿਹੜਾ ਵੱਡਾ ਮੀਡੀਆ ਆਪਣੇ ਆਪ 'ਚ, ਚਾਹੇ ਉਹਦੇ 'ਚ ਜੀ ਨਿਊਜ਼ ਲਾ ਲਓ, ਚਾਹੇ ਉਹਦੇ ਵਿੱਚ ਆਜ ਤੱਕ ਲਾ ਲਓ, ਚਾਹੇ ਉਹ ਰਿਪਬਲਿਕ ਭਾਰਤ ਲਾ ਲਓ, ਜਿੰਨੇ ਵੀ ਵੱਡੇ ਨਿਊਜ਼ ਚੈਨਲ ਹੈ, NDTV ਇੰਡੀਆ ਲਾ ਲਓ, ਇੰਡੀਆ TV ਲਾ ਲਓ, ਇਹ ਸਾਰੇ ਉਹਨਾਂ ਨੂੰ ਮੁੱਦਿਆਂ ਨੂੰ ਚੁੱਕਦਾ ਜਿੰਦੇ 'ਤੇ ਇਹਨਾਂ ਨੂੰ TRP ਮਿਲਦੀ ਹੈ। ਕਿਸਾਨਾਂ ਦੀ ਆਵਾਜ਼ ਨੂੰ ਜਾਂ ਆਮ ਗਰੀਬ ਲੋਕਾਂ ਦੀ ਆਵਾਜ਼ ਨੂੰ ਕੋਈ ਨਹੀਂ ਚੁੱਕਦਾ। ਇਹ ਵੱਡੇ ਮੈਂ ਕਹਿੰਦਾ ਵੀ ਇਹ ਨਿਊਜ਼ ਚੈਨਲ ਸਾਡੀ ਨਜ਼ਰਾਂ ਦੇ ਕੋਡੀਆਂ ਦਾ, ਯਾਨੀ ਕਿ ਅਸੀਂ ਕੁਛ ਨਹੀਂ ਸਮਝਦੇ ਇਹਨਾਂ ਚੈਨਲ ਨੂੰ। ਕੀ ਨਾ ਚੈਨਲ ਵਾਲੇ
ਹੈ ਜੇ ਆਮ ਜਨਤਾ ਦੀ ਤੁਸੀਂ ਆਵਾਜ਼ ਨਹੀਂ ਚੁੱਕਣੀ ਤੇ ਕੀ ਫਾਇਦਾ ਸਾਨੂੰ ਅਸੀਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਾਂਗੇ। ਇਸ ਲਈ ਇਹ ਆਰਡੀਨੈਂਸ ਜਿਹੜਾ ਆ ਇਹਦੇ ਵਿੱਚ ਇੱਕ ਹੋਰ ਮਾੜੀ ਗੱਲ ਲਿਖੀ ਗਈ ਆ, ਉਹ ਇਹ ਲਿਖੀ ਗਈ ਆ ਵੀ ਅਗਰ ਪ੍ਰਾਈਵੇਟ ਪੂੰਜੀਪਤੀ ਜਾਂ ਪ੍ਰਾਈਵੇਟ ਜਿਹੜੇ ਵਪਾਰੀ ਨੇ ਉਹ ਸਾਡਾ ਜਿਹੜੀ ਮਤਲਬ ਖਰੀਦ ਜਿਣਸ ਦੀ ਖਰੀਦ ਕਰਦੇ ਨੇ, ਅਗਰ ਉਹ ਪੇਮੈਂਟ ਸਾਨੂੰ ਨਹੀਂ ਦਿੰਦੇ ਤੇ ਅਸੀਂ ਕਿੱਥੇ ਅਪੀਲ ਕਰਾਂਗੇ? ਐਸਡੀਐਮ ਕੋਲੋਂ। ਐਸਡੀਐਮ ਨਹੀਂ ਸੁਣਵਾਈ ਕਰਦਾ 30 ਦਿਨ ਦੇ ਵਿੱਚ, ਬਾਅਦ ਵਿੱਚ ਅਸੀਂ ਡੀਸੀ ਕੋਲ ਜਾਵਾਂਗੇ। ਸਾਨੂੰ ਕੋਰਟ ਦੇ ਵਿੱਚ ਜਾਣ ਦਾ ਕੋਈ ਅਧਿਕਾਰ ਨਹੀਂ ਹੈ, ਕਸਾਬ ਇੱਕ ਅੱਤਵਾਦੀ ਸੀ ਪਾਕਿਸਤਾਨੀ, ਉਹਨੂੰ ਇਹਨਾਂ ਨੇ ਵਕੀਲ ਕਰਕੇ ਵੀ ਦਿੱਤਾ ਆਪਣੇ ਮਤਲਬ ਵੀ ਕਿਤੇ ਇਹ ਗੁੰਜਾਇਸ਼ ਨਾ ਰਹਿ ਜਾਏ ਵੀ ਅਸੀਂ ਤੇਰੀ ਵੀ ਸੁਣਵਾਈ ਨਹੀਂ ਕੀਤੀ, ਲੇਕਿਨ ਸਾਨੂੰ ਕੋਰਟ ਦੇ ਵਿੱਚ ਜਾਣ ਦਾ ਵੀ ਅਧਿਕਾਰ ਨਹੀਂ। ਇਹਦੇ ਕੋਲ ਵੱਡੀ ਗੁਲਾਮੀ ਹੋਰ ਕੀ ਹੋ ਸਕਦੀ ਹੈ? ਤੇ ਮਤ ਇਹ ਸਰਕਾਰਾਂ ਸਮਝਣ ਵੀ ਇਹ ਚੁੱਪ ਰਹਿਣਗੇ, ਆਪਾਂ ਚੁੱਪ ਨਹੀਂ ਰਹਾਂਗੇ, ਪ੍ਰੋਟੈਸਟ ਕਰਾਂਗੇ, ਹੋਰ ਇਸ ਤੋਂ ਵੱਡਾ ਪ੍ਰੋਟੈਸਟ ਕਰਾਂਗੇ। ਅਜੇ ਇਹ ਨਾ ਸਮਝੇ ਸਰਕਾਰ ਵੀ ਇਹ ਖਾਲੀ ਹੱਥ ਨੇ, ਅਸੀਂ ਇਹਦੇ ਖਿਲਾਫ ਜਿਹੜੇ ਆ ਮਤਲਬ ਸਾਡੇ ਕੋਲ ਤਾਂ ਲਾਠੀ ਹੈ ਜਿਹਨੂੰ ਹਰਿਆਣੇ ਭਾਸ਼ਾ 'ਚ ਕਹਿੰਦੇ ਆ, ਉਹ ਵੀ ਵਜਾਵਾਂਗੇ, ਪੂਰਾ ਵਜਾਵਾਂਗੇ। ਤੇ ਇਸ ਲਈ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ। ਇਸ ਆਰਡੀਨੈਂਸ ਨੂੰ ਵਾਪਸ ਲਓ, ਨਹੀਂ ਤਾਂ ਸਰਕਾਰ ਕਹਦੇ ਵੀ ਨਿਊਨਤਮ ਸਮਰਥਨ ਮੁੱਲ ਤੋਂ ਥੱਲੇ ਰੇਟ ਤੇ ਕੋਈ ਚੀਜ਼ ਨਹੀਂ ਵਿਕੇਗੀ ਸਾਡੀ ਜਿਣਸ, ਜੋ ਵੀ ਸਾਡੀਆਂ ਜਿਣਸ ਹੈ ਉਹਦੇ ਤੋਂ ਜਿਹੜਾ ਵੀ ਕੋਈ ਖਰੀਦਦਾ ਉਹਦੇ ਉੱਪਰ 10 ਸਾਲ ਦੀ ਘੱਟੋ ਘੱਟ ਸਜ਼ਾ ਹੋਏ। ਜਿਹੜਾ ਸਾਡੀ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਜਦੋਂ ਅੰਗਰੇਜ਼ਾਂ ਤੋਂ ਮੁਕਤੀ ਪਾਈ ਸੀ, ਉੱਥੇ ਹੁਣ ਫਿਰ ਜਿਹੜਾ ਹੈ ਕਿਸਾਨ ਗੁਲਾਮੀ ਵਿੱਚ ਆਉਣ ਜਾ ਰਿਹਾ ਹੈ, ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ ਜੀ, ਆਪਾਂ ਬਜ਼ੁਰਗਾਂ ਤੋਂ ਇੱਕ ਗੱਲ ਸੁਣੀ ਸੀ, ਜਦੋਂ ਉਹਨਾਂ ਨੇ ਇਹ ਰਾਜ ਵੀ ਦੇਖਿਆ ਤੇ ਉਹਨਾਂ ਨੇ ਅੰਗਰੇਜ਼ਾਂ ਦਾ ਰਾਜ ਵੀ ਦੇਖਿਆ ਹੈ, ਉਹ ਸਾਨੂੰ ਕਹਿੰਦੇ ਹੁੰਦੇ ਸੀ ਵੀ ਇਹਨਾਂ ਨਾਲੋਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ, ਉਹਦੇ ਦੇ ਵਿੱਚ ਇਨਸਾਫ ਹੈਗਾ ਸੀ। ਕਹਿੰਦੇ ਸੀ ਜੇ ਕੋਈ ਔਰਤ ਗਹਿਣਾ ਪਾ ਕੇ ਰਾਤ ਨੂੰ ਵੀ ਕਿਤੇ ਜਾਂਦੀ ਸੀ, ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕਿ ਉਹਨੂੰ ਹੱਥ ਲਾ ਜੇ। ਲੇਕਿਨ ਇਹ ਜਿਹੜੇ ਜਿਹਨਾਂ ਨੂੰ ਅਸੀਂ ਆਪਣਾ ਸਮਝ ਕੇ ਜਿਹਨਾਂ ਗੱਦੀ ਪਾਈ, ਐਕਚੁਅਲ ਦੇ ਵਿੱਚ ਇਹ ਸਾਰਿਆਂ ਨੂੰ ਵੱਡੇ ਗਰਦਾਰ ਸੀ। ਇਹ ਜਿੰਨੇ ਵੀ ਆ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਆਜ਼ਾਦੀ ਦੇ ਵਿੱਚ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਸੁਭਾਸ਼ ਚੰਦਰ ਬੋਸ, ਲਾਲਾ ਲਾਜਪਤ ਰਾਏ, ਮਦਨ ਲਾਲ ਢੀਂਗਰਾ, ਆਪਣੇ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਵਰਗੇ ਹੋਰ ਜਿਹੜੇ ਕ੍ਰਾਂਤੀਕਾਰੀ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਨੇ ਨਿਸਵਾਰਥ ਬਿਨਾਂ ਕਿਸੇ ਸਵਾਰਥ ਦੇ ਵਿੱਚੋਂ ਜਿਹੜੀ ਆ ਆਪਣੀ ਸ਼ਹਾਦਤਾਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ। ਲੇਕਿਨ ਜਿਹੜੇ ਚਾਪਲੂ ਸੀ, ਜਿਹੜੇ ਅੰਗਰੇਜ਼ਾਂ ਦੇ ਪਿੱਠੂ ਸੀ, ਉਹਨਾਂ ਨੇ ਸੱਤਾ ਸੰਭਾਲੀ, ਉਹਨਾਂ ਨੇ ਉਹੀ ਹੀ ਮਤਲਬ ਜਿਹੜੀ ਗੁਲਾਮੀ ਦੀ ਜਿਹੜੀ ਹੈ ਨਾ, ਅਜੇ ਅੰਗਰੇਜ਼ਾਂ ਨੇ ਘੱਟ ਕੀਤੀ, ਉਹਨਾਂ ਨੇ ਸਾਡੇ ਉੱਤੇ ਜ਼ਿਆਦਾ ਗੁਲਾਮੀ ਦੀ ਜਿਹੜੀ ਮਤਲਬ ਜਿਹੜੀ ਆ ਜਿਹਨੂੰ ਕਹਿੰਦੇ ਆ ਰਾਜ ਜਿਹੜਾ ਕਰਦੇ ਪਏ ਨੇ। ਇਸ ਲਈ ਮੇਰਾ ਕਿਸਾਨ ਸੰਗਠਨਾਂ ਨੂੰ ਵੀ ਇਹ ਮਤਲਬ ਇੱਕ ਅਪੀਲ ਹੈ ਕਿ ਇਕੱਠੇ ਹੋਵੋ, ਇਹਨਾਂ ਸਾਰੀਆਂ ਪਾਰਟੀਆਂ ਤੋਂ ਵੱਖਰੇ ਹੋ ਕੇ ਇੱਕ ਆਪਣੀ ਕੋਈ ਇੱਦਾਂ ਦੀ ਸੰਗਠਨ ਬਣਾਓ ਜਿਹੜਾ ਸਾਡੇ ਕਿਸਾਨਾਂ ਦੀ ਆਵਾਜ਼ ਨੂੰ ਜਿਹੜਾ ਆ ਸੈਂਟਰ ਦੇ ਵਿੱਚ, ਕੇਂਦਰ ਦੇ ਵਿੱਚ, ਸੰਸਦ ਦੇ ਵਿੱਚ ਤੇ ਵਿਧਾਨ ਸਭਾ ਦੇ ਵਿੱਚ ਵੀ ਚੁੱਕੇ। ਇਹ ਸੀਗੇ ਸਾਡੇ ਨਾਲ ਕਿਸਾਨ ਵੀਰ ਜਿਨ੍ਹਾਂ ਦੀ ਗੱਲ, ਜਿਨ੍ਹਾਂ ਦਾ ਪੱਖ ਜਿਹੜਾ ਹੈ ਤੁਸੀਂ ਸਾਰਿਆਂ ਨੇ ਸੁਣਿਆ। ਮੈਂ ਇਹੀ ਜਿਹੜੀ ਹੈ ਰਿਕੁਐਸਟ ਕਰਾਂਗੀ ਕਿ ਇਹਨਾਂ ਕਿਸਾਨਾਂ, ਇਹਨਾਂ ਅੰਨਦਾਤਾ ਨੂੰ ਵੀ ਜਿਹੜਾ ਹੈ ਆਪਣਾ ਜਿਹੜਾ ਪੁਆਇੰਟ ਆਫ ਵਿਊ ਹੈ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਜਾਏ। ਹੁਣ ਮੈਨੂੰ ਦਿਓ ਇਜਾਜ਼ਤ। ਕੈਮਰਾ ਪਰਸਨ ਨਿਤਨ ਸੈਣੀ ਦੇ ਨਾਲ ਚੰਨਪ੍ਰੀਤ ਕੌਰ, KRT ਨਿਊਜ਼ ਪਠਾਨਕੋਟ।